ਦਰਸ਼ਕੋ ਮੇਰੇ ਵੱਲੋਂ ਯਾਨੀ ਕਿ ਰਾਜੀਵ ਅਰੋੜਾ ਵੱਲੋਂ ਆਪ ਸਭ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਨਮਸਕਾਰ, ਸਤਿ ਸ਼੍ਰੀ ਅਕਾਲ ਔਰ ਆਦਾਬ। ਜਿਵੇਂ ਕਿਸੇ ਨੇ ਅੰਗਰੇਜ਼ੀ 'ਚ ਕਿਹਾ ਹੈ ਨਾ ਜੀ ਕਿ ਸਕਸੈਸਫੁਲ ਪੀਪਲ ਡੋਂਟ ਨੀਡ ਟੂ ਸ਼ੇਅਰ ਦਾ ਸੀਕ੍ਰੇਟ ਆਫ ਦੇਅਰ ਸਕਸੈਸ ਐਂਡ ਨੋਬਡੀ ਲਿਸਨਸ ਟੂ ਦਾ ਫੇਲਿਓਰਸ। ਯਾਨੀ ਕਿ ਕਾਮਯਾਬ ਲੋਕਾਂ ਨੂੰ ਆਪਣੀ ਕਾਮਯਾਬੀ ਦਾ ਰਾਜ਼ ਸਾਂਝਾ ਕਰਨ ਦੀ ਜ਼ਰੂਰਤ ਨਹੀਂ ਹੈਗੀ ਔਰ ਨਾਕਾਮਯਾਬ ਲੋਕਾਂ ਨੂੰ ਕੋਈ ਵੀ ਸੁਣਨ ਲਈ ਤਿਆਰ ਨਹੀਂ ਹੁੰਦਾ। ਨਿੱਜੀ ਤੌਰ 'ਤੇ ਮੈਂ ਇਸ ਕਥਨ ਦੇ ਦੋਵੇਂ ਹੀ ਹਿੱਸਿਆਂ ਨਾਲ ਸਹਿਮਤ ਨਹੀਂ ਹੈਗਾ। ਮੈਂ ਇਹ ਸੋਚਦਾ ਕਿ ਕਾਮਯਾਬ ਲੋਕਾਂ ਨੂੰ ਆਪਣੀ ਕਾਮਯਾਬੀ ਦਾ ਰਾਜ਼ ਹੈ ਜਿਹੜਾ ਉਹ ਜ਼ਰੂਰ ਸਾਂਝਾ ਕਰਨਾ ਚਾਹੀਦਾ ਹੈ ਲੋਕਾਂ ਦੇ ਨਾਲ, ਤਾਂ ਕਿ ਉਹ ਇੱਕ ਮਾਰਗਦਰਸ਼ਨ ਦੀ ਜੋ ਭੂਮਿਕਾ ਹੈ ਉਹ ਅਦਾ ਕਰ ਸਕੇ। ਔਰ ਜਿਹੜੀ ਹਾਰੀ ਹੋਈ ਟੀਮ ਵੀ ਹੁੰਦੀ ਹੈ ਨਾ ਜੀ, ਉਸ ਦਾ ਵਿਸ਼ਲੇਸ਼ਣ ਵੀ ਸਾਨੂੰ ਜਾਣਨਾ ਚਾਹੀਦਾ ਤਾਂ ਕਿ ਉਹਨਾਂ ਗਲਤੀਆਂ ਤੋਂ ਅਸੀਂ ਬਚ ਸਕੀਏ ਜਿਨ੍ਹਾਂ ਗਲਤੀਆਂ ਦੀ ਬਦੌਲਤ ਕੋਈ ਟੀਮ ਹਾਰਦੀ ਹੈ। ਤਾਂ ਖੈਰ ਜੀ, ਅੱਜ ਤਾਂ ਅਸੀਂ ਤੁਹਾਡੇ ਨਾਲ ਇੱਕ ਸਕਸੈਸ ਸਟੋਰੀ ਸਾਂਝੀ ਕਰਨ ਜਾ ਰਹੇ ਹਾਂ ਔਰ ਇਸ ਸਕਸੈਸ ਸਟੋਰੀ ਦੇ ਆਥਰ ਜਾਂ ਲੇਖਕ ਹੈ ਜੀ ਮਿਸਟਰ ਸਵਿਕਾਸ਼ ਸਿੰਗਲਾ। ਸਵਿਕਾਸ਼ ਸਿੰਗਲਾ ਨੇ ਨੀਟ ਐਗਜ਼ਾਮ ਜੋ ਹੈ MBBS ਐਂਟਰੈਂਸ ਦੇ ਲਈ ਅਸੀਂ ਕਹਿ ਲਈਏ, ਜਿਸ ਨੂੰ ਅਸੀਂ ਨੈਸ਼ਨਲ ਐਲੀਜੀਬਿਲਿਟੀ ਕਮ ਐਂਟਰੈਂਸ ਟੈਸਟ ਦੇ ਨਾਮ 'ਤੇ ਜਾਣਦੇ ਹਾਂ ਔਰ ਮੈਡੀਕਲ ਕਾਲਜ ਦੇ ਜੋ ਅੰਡਰ ਗ੍ਰੈਜੂਏਟ ਜਿਹੜੇ ਕੋਰਸਿਸ ਹੁੰਦੇ ਆ ਉਸ ਦੇ ਲਈ ਦਾਖਲੇ ਇਮਤਿਹਾਨ ਹੈ ਇਹ। ਔਰ ਇਸ ਇਮਤਿਹਾਨ ਦੇ ਵਿੱਚ ਬਹੁਤ ਵੱਡੀ ਪ੍ਰਾਪਤੀ ਸਵਿਕਾਸ਼ ਸਿੰਗਲਾ ਦੀ ਰਹੀ ਹੈ ਜੀ। 720 ਚੋਂ ਯਾਨੀ ਕਿ 720 ਚੋਂ 710 ਨੰਬਰ ਲੈ ਕੇ ਆਲ ਇੰਡੀਆ 43rd ਰੈਂਕ ਇਸ ਬੱਚੇ ਨੇ ਪ੍ਰਾਪਤ ਕੀਤਾ ਹੈ। ਔਰ ਪ੍ਰਾਪਤੀ ਦਾ ਜੋ ਸਫ਼ਰ ਹੈ ਇੱਥੇ ਹੀ ਨਹੀਂ ਰੁਕਦਾ ਗਾ। ਫਿਜ਼ਿਕਸ ਜਿਹੜਾ ਕਿ ਮੈਂ ਕਈ ਵਾਰੀ ਸੋਚਦਾ ਹੁੰਦਾ ਕਿ ਜਿਹੜੇ ਮੈਡੀਕਲ ਦੇ ਸਟੂਡੈਂਟ ਹੈ ਜਾਂ ਜਿਹੜੇ ਮੈਡੀਕਲ ਕਾਲਜਾਂ 'ਚ ਦਾਖਲਾ ਲੈਣ ਦੇ ਇੱਛੁਕ ਵਿਦਿਆਰਥੀ ਹੈ, ਸਭ ਤੋਂ ਪਰੇਸ਼ਾਨ ਉਹਨਾਂ ਨੂੰ ਇਹ ਵਿਸ਼ਾ ਕਰਦਾ ਹੈ ਜੀ ਫਿਜ਼ਿਕਸ। ਪਰ ਫਿਜ਼ਿਕਸ 'ਚੋਂ ਇਹਨਾਂ ਨੇ 180 ਚੋਂ 180 ਨੰਬਰ ਲੈ ਕੇ ਇੱਕ ਕੀਰਤੀਮਾਨ ਹੈ ਜਿਹੜਾ ਉਹ ਸਥਾਪਿਤ ਕੀਤਾ ਹੈ। ਸੋ ਜ਼ਿਆਦਾ ਗੱਲਾਂ ਮੈਂ ਨਾ ਕਰਦਾ ਹੈ, ਹੁਣ ਚੱਲਦੇ ਹਾਂ ਸਵਿਕਾਸ਼ ਸਿੰਗਲਾ ਕੋਲੇ। ਸਵਿਕਾਸ਼, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਧੰਨਵਾਦ। ਸਵਿਕਾਸ਼, ਜਦੋਂ ਮੈਂ ਤੁਹਾਡੇ ਫਿਜ਼ਿਕਸ 'ਚੋਂ ਸੁਣਿਆ ਨਾ ਕਿ 180 ਚੋਂ 180 ਨੰਬਰ ਹੈ, ਤਾਂ ਮੈਨੂੰ ਇੱਦਾਂ ਲੱਗਿਆ ਕਿ ਜਿਵੇਂ ਕੋਈ ਕ੍ਰਿਕਟ ਦੇ ਮੈਚ ਦੇ ਵਿੱਚ ਵਿਰੋਧੀ ਟੀਮ ਦਾ ਇੱਕ ਬਹੁਤ ਖਤਰਨਾਕ ਬੋਲਰ ਹੁੰਦਾ ਹੈ ਅਤੇ ਬੈਟਸਮੈਨ ਹੈ ਜਿਹੜਾ ਉਹਦੀਆਂ 6 ਬਾਲਾਂ 'ਤੇ 6 ਛੱਕੇ ਮਾਰ ਦੇਵੇ ਅਤੇ ਉਹਦੇ ਉਹ ਖਤਰਨਾਕ ਹੋਣ ਦੀ ਜਿਹੜੀ ਇੱਕ ਇਮੇਜ ਆ ਉਸ ਨੂੰ ਬਿਲਕੁਲ ਤਹਿਸ ਨਹਿਸ ਕਰ ਦੇਵੇ। ਸੋ ਲਗਭਗ ਇੱਦਾਂ ਹੀ ਤੁਸੀਂ ਕੀਤਾ। ਇਸ ਤੋਂ ਪਹਿਲਾਂ ਕਿ ਫਿਜ਼ਿਕਸ ਦੇ ਬਾਰੇ ਮੈਂ ਤੁਹਾਡੇ ਨਾਲ ਗੱਲ ਕਰਾਂ, ਓਵਰਆਲ ਜਿਹੜੀ ਤੁਹਾਡੀ ਰੈਂਕਿੰਗ ਹੈ ਬਹੁਤ ਹੀ ਅੱਛੀ ਹੈ। 710 ਆਊਟ ਆਫ 720 ਤੁਹਾਡੇ ਮਾਰਕਸ ਹੈ ਨੀਟ ਐਗਜ਼ਾਮ 'ਚੋਂ। ਅਤੇ ਫਿਰ ਇਹ ਜੋ ਸਫਲਤਾ ਤੁਹਾਡੀ ਹੋਈ, ਕੁਝ ਸ਼ਬਦਾਂ 'ਚ ਜੇ ਐਸਪੀਰੈਂਟਸ ਨਾਲ ਤੁਸੀਂ ਸਾਂਝੀ ਕਰਨੀ ਹੋਵੇ ਉਸ ਸਫਲਤਾ ਦੇ ਸੀਕ੍ਰੇਟ ਜਾਂ ਰਾਜ਼, ਤਾਂ ਕੀ ਰਾਜ਼ ਹੈ ਤੁਹਾਡੀ ਇਸ ਪ੍ਰਾਪਤੀ ਦਾ? ਮੈਂ ਕਹਿਣਾ ਚਾਹੂੰਗਾ, ਜਿੱਥੇ ਵੀ ਤੁਸੀਂ ਲੱਗੇ ਹੋ ਆਪਦੇ ਟੀਚਰਸ ਦਾ ਕੰਮ ਰੈਗੂਲਰਲੀ ਉਹਨਾਂ ਨੂੰ ਧਿਆਨ ਨਾਲ ਸੁਣੋ, ਉਹਨੂੰ ਰੈਗੂਲਰਲੀ ਕਰੋ, ਘਰੇ ਆ ਕੇ ਰਿਵਾਈਜ਼ ਕਰੋ ਅਤੇ ਫਿਰ ਜਿਹੜਾ ਉਹਨਾਂ ਨੇ ਦਿੱਤਾ ਟੈਸਟ ਰੈਗੂਲਰਲੀ ਦਿਓ। ਇਹ ਸਿੰਪਲ ਸਟੈਪਸ ਨਾਲ ਵੀ ਤੁਸੀਂ ਆਪਦਾ ਜੇ ਕੰਮ ਕੰਸਿਸਟੈਂਟਲੀ ਕਰਦੇ ਜਾਓਗੇ ਤਾਂ ਤੁਸੀਂ ਅਚੀਵ ਕਰ ਸਕਦੇ ਹੋ, ਕੁਛ ਵੀ ਅਚੀਵ ਕਰ ਸਕਦੇ ਹੋ ਜਿਹੜਾ ਵੀ ਤੁਹਾਡਾ ਗੋਲ ਹੈ ਜੀ। ਜਿਹੜੇ ਮੈਡੀਕਲ ਐਸਪੀਰੈਂਟਸ ਇਸ ਪ੍ਰੋਗਰਾਮ ਨੂੰ ਦੇਖ ਰਹੇ ਹੋਣਗੇ ਨਾ, ਉਹਨਾਂ ਦੇ ਦਿਮਾਗ 'ਚ 2 ਸਵਾਲ ਜ਼ਰੂਰ ਚੱਲਦੇ ਹੋਣਗੇ ਕਿ ਸਵਿਕਾਸ਼ ਸਿੰਗਲਾ ਇੱਕ ਦਿਨ 'ਚ ਕਿੰਨੇ ਕੁ ਘੰਟੇ ਪੜ੍ਹਦਾ ਸੀ, ਉਸਨੇ ਬੁੱਕਸ ਕਿਹੜੀਆਂ ਪੜ੍ਹੀਆਂ, ਉਹਨੇ ਕੋਚਿੰਗ ਕਿੱਥੋਂ ਲਈ। ਤਾਂ ਆਪਾਂ ਵਾਰੀ ਸਿਰੇ ਸਾਰੇ ਸਵਾਲਾਂ 'ਤੇ ਚੱਲਦੇ ਹਾਂ। ਰੋਜ਼ਾਨਾ ਮੈਂ ਸਮਝਦਾ ਕਿ 4-5 ਘੰਟੇ ਤੁਹਾਡੇ ਟਰੈਵਲਿੰਗ ਪਲੱਸ ਕਲਾਸਿਸ ਦੇ ਵਿੱਚ ਲੱਗ ਜਾਂਦੇ ਹੋਣੇ ਆ। 6 ਘੰਟੇ ਵੀ ਸ਼ਾਇਦ ਲੱਗ ਜਾਂਦੇ ਹੋਣੇ ਆ, ਬਾਕੀ ਰਹਿ ਗਏ 18 ਘੰਟੇ। 7 ਕੁ ਘੰਟੇ ਚਲੋ ਆਪਾਂ ਮੰਨ ਲਿਆ ਸਵਿਕਾਸ਼ ਸਿੰਗਲਾ ਜੀ ਸੌਂਦੇ ਹੋਣਗੇ, ਠੀਕ ਹੈ ਜੀ। ਜਿਹੜਾ ਬਾਕੀ ਸਮਾਂ ਸੀ ਉਸ ਨੂੰ ਕਿੱਦਾਂ ਯੂਟੀਲਾਈਜ਼ ਕਰਦੇ ਸੀ? ਸਰ, ਬਾਕੀ ਸਮਾਂ ਜਿਹੜਾ ਟੀਚਰਸ ਨੇ ਕਰਵਾਇਆ ਉਹ ਆ ਕੇ ਰਿਵਾਈਜ਼ ਕਰਨਾ, ਜਿਹੜਾ ਉਹਨਾਂ ਦਾ ਕੰਮ ਕੀਤਾ ਉਹ ਕਰਨਾ। ਉਸ ਦੇ ਵਿੱਚ ਅਪਰੋਕਸੀਮੇਟਲੀ 7 ਤੋਂ 8 ਘੰਟੇ ਲੱਗ ਜਾਂਦੇ ਸੀ। ਬਾਕੀ ਵਿੱਚ ਰਿਲੈਕਸੇਸ਼ਨ ਹੋ ਗਈ, ਖਾਣਾ ਖਾਣਾ ਹੋਰ। ਅੱਛਾ, ਇੱਕ ਹੋਰ ਸਵਾਲ ਜਿਹੜਾ ਕਿ ਮੰਮੀ ਪਾਪਾ ਜ਼ਰੂਰ ਪੁੱਛਣਾ ਚਾਹ ਰਹੇ ਹੋਣਗੇ ਕਿ ਮੋਬਾਈਲ ਫੋਨ ਤੁਹਾਡੀ ਜ਼ਿੰਦਗੀ ਦਾ ਕਿੰਨਾ ਕੁ ਸਮਾਂ ਕੰਜ਼ਿਊਮ ਕਰ ਰਿਹਾ ਸੀ, ਤੁਹਾਡੇ ਦਿਨਾਚਰਿਆ ਦੇ ਵਿੱਚ ਕਿੰਨਾ ਕੁ ਸਮਾਂ ਕੰਜ਼ਿਊਮ ਕਰ ਰਿਹਾ ਸੀ? +1 'ਚ ਤਾਂ ਆਫਲਾਈਨ ਸੀ, ਤਾਂ ਫਿਰ ਨਹੀਂ। ਅੱਛਾ, ਮਤਲਬ ਮੋਬਾਈਲ ਤੁਹਾਡੇ ਹੱਥ ਹੀ ਨਹੀਂ ਲੱਗਿਆ ਗਾ +1 'ਚ? ਨਹੀਂ, ਬਸ ਥੋੜ੍ਹਾ ਜਿਹਾ ਖਾਣਾ ਖਾਂਦੇ ਵਕਤ ਦੇਖਣਾ, ਉਂਝ ਨਹੀਂ। ਮਤਲਬ ਤੁਸੀਂ ਕਿਤੇ ਫੇਸਬੁੱਕ 'ਤੇ ਜਾਂ ਕਿਸੇ ਹੋਰ ਇਸ ਤਰ੍ਹਾਂ ਕਿਤੇ ਨਹੀਂ ਸੀ? ਸੋਸ਼ਲ ਮੀਡੀਆ ਨਹੀਂ ਜੀ। ਪਰ ਹੁਣ ਜਦੋਂ ਆਨਲਾਈਨ ਕਲਾਸਿਸ ਸ਼ੁਰੂ ਹੋਈਆਂ ਤਾਂ ਇੱਕ ਬਦਲਾਅ ਤੁਹਾਡੀ ਜ਼ਿੰਦਗੀ 'ਚ ਵੀ ਆਇਆ। ਬੇਸ਼ੱਕ ਮੋਬਾਈਲ ਤੁਹਾਡੇ ਬਹੁਤਾ ਨੇੜੇ ਨਹੀਂ ਸੀਗਾ, ਪਰ ਉਹ ਇੱਕ ਮਜਬੂਰੀ ਹੋ ਗਈ ਜਾਂ ਇੱਕ ਜ਼ਰੂਰਤ ਹੋ ਗਈ। ਤਾਂ ਘਰ 'ਚ ਜਦੋਂ ਤੁਸੀਂ ਆਨਲਾਈਨ ਕਲਾਸਿਸ ਲਗਾ ਰਹੇ ਸੀ ਲੋਕਡਾਊਨ ਦੇ ਦੌਰਾਨ, ਕਰੋਨਾ ਦੇ ਕਾਰਨ ਜੋ ਲੱਗਿਆ ਸੀਗਾ, ਅਤੇ ਫਿਰ ਇਹ ਕਲਾਸਿਸ ਮੋਬਾਈਲ 'ਤੇ ਲੱਗਦੀਆਂ ਸੀ ਕਿ ਲੈਪਟਾਪ ਵਗੈਰਾ 'ਤੇ ਲੱਗਦੀਆਂ ਸੀ? ਲੈਪਟਾਪ 'ਤੇ ਲੱਗਦੀ ਸੀ, ਬਟ ਜਿਹੜਾ ਕੰਮ ਵਗੈਰਾ ਉਹ ਫੋਨ 'ਤੇ ਫਿਰ ਕਰਨਾ ਪੈਂਦਾ। ਜੀ ਜੀ ਜੀ। ਅੱਛਾ, ਤੁਸੀਂ ਕਲਾਸਰੂਮ ਦੇ ਵਿੱਚ ਵੀ ਕਲਾਸਿਸ ਲਗਾਈਆਂ ਜਿਹਨੂੰ ਅਸੀਂ ਰਵਾਇਤੀ ਢੰਗ ਅਸੀਂ ਟੀਚਿੰਗ ਦਾ ਜਾਂ ਲਰਨਿੰਗ ਦਾ ਸਮਝਦੇ ਹਾਂ, ਔਰ ਆਨਲਾਈਨ ਕਲਾਸਿਸ ਵੀ ਲਾਈਆਂ। ਅਤੇ ਆਨਲਾਈਨ ਕਲਾਸਿਸ ਜਦੋਂ ਤੁਸੀਂ ਲਗਾਈਆਂ ਤਾਂ ਕੀ ਉਹਦੇ ਨਾਲ ਕੋਈ ਤੁਹਾਨੂੰ ਇਹ ਲੱਗਿਆ ਕਿ ਸਮਝ ਘੱਟ ਆ ਰਹੀ ਹੈ ਜਾਂ ਉਹ ਗੱਲ ਨਹੀਂ ਬਣ ਰਹੀ ਜਿਹੜੀ ਕਲਾਸਰੂਮ 'ਚ ਹੈ, ਕਿ ਕੋਈ ਬਹੁਤ ਜ਼ਿਆਦਾ ਫਰਕ ਨਹੀਂ ਪੈਂਦਾ ਹੁੰਦਾ ਪੜ੍ਹਨ ਵਾਲੇ ਬੱਚੇ ਨੂੰ?
ਪੜ੍ਹਨ ਵਾਲੇ ਬੱਚੇ ਨੂੰ ਨਹੀਂ ਫਰਕ ਪੈਣਾ ਚਾਹੀਦਾ। ਸਾਡੇ ਵਾਲੇ ਆਨਲਾਈਨ ਇੱਕ ਮਜਬੂਰੀ ਵੀ ਸੀ, ਬਟ ਇਟ ਵਾਜ਼ ਐਨ ਐਡਵਾਂਟੇਜ ਆਲਸੋ, ਕਿਉਂਕਿ ਇੱਕ ਤਾਂ ਆਉਣ ਜਾਣ ਦਾ ਤੁਹਾਡਾ ਬਹੁਤ ਜੀ, ਜ਼ਿਆਦਾ time ਟਾਈਮ ਬਚਦਾ ਬਚ ਹੈ। ਜਾਂਦਾ ਜੀ, ਅਤੇ ਜੀ, ਜੀ। ਰਹਿਣ ਦਾ ਵੀ, ਜਿਹੜੇ ਬਾਹਰੋਂ ਬੱਚੇ ਆਉਂਦੇ ਉਹਨਾਂ ਲਈ ਰਹਿਣ ਦਾ ਵੀ ਖਰਚਾ ਵਗੈਰਾ ਬਹੁਤ ਜ਼ਿਆਦਾ ਘੱਟ ਹੋ ਜਾਂਦਾ। ਜੀ, ਪੀਜੀ ਵਗੈਰਾ 'ਚ ਕਈ Yes, ਖਾਣੇ sir. ਖੁਣੇ ਦੀ ਵੀ ਬੜੀ ਸਮੱਸਿਆ ਹੁੰਦੀ, ਪਰ ਤੁਸੀਂ ਤਾਂ ਚਲੋ ਲੋਕਲੀ ਬੈਠੇ ਸੀਗੇ। ਸੋ ਤੁਹਾਡੇ ਪੜ੍ਹਾਈ ਦੇ ਉੱਤੇ, ਤੁਹਾਡੀ ਕੁਆਲਿਟੀ ਆਫ ਸਟੱਡੀ ਲਰਨਿੰਗ ਦੇ ਉੱਤੇ ਨਹੀਂ। ਇਸ ਆਨਲਾਈਨ ਨੇ ਕੋਈ ਅਸਰ ਜਿਹੜਾ ਹੈ ਉਹ ਨਹੀਂ ਪਾਏਗਾ। ਨਹੀਂ sir। ਜੀ। ਅੱਛਾ, ਹੁਣ ਫਿਜ਼ਿਕਸ ਦੀ ਮੈਂ ਥੋੜੀ ਜਿਹੀ ਗੱਲ ਕਰਨੀ ਚਾਹੂੰਗਾ ਕਿ ਫਿਜ਼ਿਕਸ ਦੇ ਵਿੱਚੋਂ ਤੁਹਾਡੇ 180 ਆਊਟ ਆਫ 180, ਯਾਨੀ ਕਿ 180 ਚੋਂ 180 ਨੰਬਰ ਜਿਹੜੇ ਤੁਹਾਡੇ ਆਏ ਹੈ। ਆਮ ਤੌਰ ਤੇ ਜਿਵੇਂ ਕਿ ਮੈਂ ਪਹਿਲਾਂ ਵੀ ਕਿਹਾ ਕਿ ਮੈਡੀਕਲ ਦੇ ਜਿਹੜੇ ਸਟੂਡੈਂਟਸ ਹੁੰਦੇ ਆ, ਮੈਡੀਕਲ ਐਸਪੀਰੈਂਟਸ ਹੁੰਦੇ ਆ, ਉਹ ਫਿਜ਼ਿਕਸ ਤੋਂ ਬੜਾ ਡਰਦੇ ਹੁੰਦੇ, ਕਿਉਂਕਿ ਬਹੁਤ ਸਾਰੇ ਬੱਚਿਆਂ ਨੂੰ ਮੈਂ ਐਸਿਆਂ ਨੂੰ ਜਾਣਦਾ ਜਿਹੜੇ ਸਾਇੰਸ ਪੜ੍ਹਨਾ ਚਾਹ ਰਹੇ ਸੀ, ਉਹ ਮੈਡੀਕਲ ਦੇ ਵਿੱਚ ਤਾਂ ਆਏ ਕਿਉਂਕਿ ਮੈਥਸ ਤੋਂ ਡਰਦੇ ਸੀ। ਔਰ ਫਿਜ਼ਿਕਸ ਦੇ ਅਧਿਆਪਕ ਅਕਸਰ ਇਹ ਕਹਿੰਦੇ ਸੁਣੇ ਜਾਂਦੇ ਆ ਕਿ ਜਿਹੜੇ ਬੱਚੇ ਮੈਥਸ ਦੇ ਵਿੱਚ ਕਮਜ਼ੋਰ ਹੁੰਦੇ ਉਹ ਫਿਜ਼ਿਕਸ ਦੇ ਵਿੱਚ ਵੀ ਬਹੁਤੀ ਪ੍ਰਾਪਤੀਆਂ ਨਹੀਂ ਕਰ ਪਾਉਂਦੇ। ਤਾਂ ਫਿਰ ਇੱਕ ਮੈਡੀਕਲ ਐਸਪੀਰੈਂਟ ਨੇ ਉਸ ਬਾਲ ਦੇ ਉੱਤੇ 6 ਛੱਕੇ ਮਾਰੇ, ਜਿਹੜੀ ਸਭ ਤੋਂ ਖਤਰਨਾਕ ਬਾਲਰ ਵੱਲੋਂ ਸਿੱਟੀ ਜਾਣ ਵਾਲੀਆਂ ਬਾਲਾਂ ਸੀਗੀਆਂ। ਤਾਂ ਫਿਰ ਫਿਜ਼ਿਕਸ ਦੇ ਵਿੱਚ ਤੁਹਾਡੀ ਇਸ ਇੰਨੀ ਵੱਡੀ ਪ੍ਰਾਪਤੀ ਦਾ ਕੀ ਸੀਕ੍ਰੇਟ ਰਿਹਾ? ਮੇਰਾ ਮੇਨ ਸੀ ਕਿ ਮੈਂ ਆਪਦੇ ਟੀਚਰਸ ਨੂੰ ਅਟੈਂਟਿਵਲੀ ਸੁਣਿਆ। ਮੇਨ ਆਪਦਾ ਕੰਸੈਪਟ ਫਿਜ਼ਿਕਸ ਹੈ, ਕੰਸੈਪਟ ਬੇਸਡ ਹੈ, ਤਾਂ ਤੁਹਾਨੂੰ ਆਪਦੇ ਟੀਚਰਸ ਤੋਂ ਸੁਣ ਕੇ ਕੰਸੈਪਟ ਬਣ ਸਕਦਾ, ਉਹਨੂੰ ਰਿਵਾਈਜ਼ ਕਰਨਾ ਘਰੇ ਆ ਕੇ, ਫਿਰ ਉਸ ਤੋਂ ਜ਼ਿਆਦਾ ਕੁਐਸਚਨ ਪ੍ਰੈਕਟਿਸ ਕਰਨਾ। ਜੀ, ਨਿਊਮੈਰੀਕਲਸ ਜਿਹਨੂੰ ਆਪਾਂ Yes, ਕਹਿੰਦੇ, ਉਹਦੇ ਤੁਸੀਂ numerical ਮੈਕਸਿਮਮ part ਜਿਹੜੀ ਹੈ। ਪ੍ਰੈਕਟਿਸ ਹੈ ਕੀਤੀ, ਯਾਨੀ ਨਿਊਮੈਰੀਕਲਸ ਨੇ ਤੁਹਾਨੂੰ ਡਰਾਇਆ ਨਹੀਂਗਾ। ਨਹੀਂ ਓਕੇ। sir, ਅੱਛਾ, confidence ਕਈ ਵਾਰੀ ਨਾਲ। ਬੱਚੇ ਇਹ ਵੀ ਕਹਿੰਦੇ ਆ ਕਿ ਸਾਨੂੰ ਕੋਈ ਐਕਸਟਰਾ ਕੋਚਿੰਗ ਦੀ ਜ਼ਰੂਰਤ ਨਹੀਂ ਹੁੰਦੀ, ਕਿ ਅਸੀਂ ਆਪ ਵੀ ਪੜ੍ਹ ਲੈਂਦੇ ਹਾਂ। ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੂੰਗਾ ਕਿ ਜਿਹੜੀ ਕੋਚਿੰਗ ਹੁੰਦੀ ਹੈ, Yes. ਵੈਸੇ ਤਾਂ ਕਿਸੇ ਵੀ ਵਿਸ਼ੇ ਦੀ, ਪਰ ਮੇਰਾ ਕਿਉਂਕਿ ਫੋਕਸ ਅੱਜ ਫਿਜ਼ਿਕਸ ਤੇ ਹੈ, ਫਿਜ਼ਿਕਸ ਦੀ ਕੋਚਿੰਗ ਕਿਵੇਂ ਤੁਹਾਡੇ ਲਈ ਲਾਹੇਵੰਦ ਸਾਬਿਤ ਹੋਈ, ਕਿਵੇਂ ਤੁਹਾਡੇ ਲਈ ਬੈਨੀਫੀਸ਼ੀਅਲ ਹੋਈ? ਕੋਈ ਖਾਸ ਐਸੀ ਗੱਲ ਜਿਹੜੀ ਤੁਸੀਂ ਕਿਸੇ ਹੋਰ ਸੋਰਸ ਤੋਂ, YouTube ਤੋਂ ਜਾਂ ਕਿਤੋਂ ਹੋਰ ਪੜ੍ਹ ਕੇ ਨਹੀਂ ਲੈ ਸਕਦੇ ਸੀ, ਪਰ ਉਹ ਸ਼੍ਰੀ ਲਲਿਤ ਮੋਹਨ ਸ਼ਰਮਾ ਜੀ ਤੋਂ ਹੀ ਤੁਹਾਨੂੰ ਪ੍ਰਾਪਤ ਹੋਈ? ਇਹ ਜੀ ਕਿਹੜੀ ਕੋਈ ਮੰਤਰਾ ਸੀ, ਐਸੀ ਕਿਹੜਾ ਕੋਈ ਤਰੀਕਾ, ਟੈਕਨੀਕ ਸੀ ਜਿਸ ਤੋਂ ਤੁਹਾਨੂੰ ਬਹੁਤ ਫਾਇਦਾ ਹੋਇਆ? ਸਰ ਲਲਿਤ ਸਰ ਸਾਨੂੰ ਜਦੋਂ ਵੀ ਕੁਐਸਚਨ ਕਰਵਾਉਂਦੇ, ਇੱਕ ਤਾਂ ਮਤਲਬ ਜਿਹੜਾ ਸਿੰਪਲ ਜਿਵੇਂ ਸੋਲਿਊਸ਼ਨ ਨਿਕਲ ਆਉਂਦਾ ਇੱਕ ਤਾਂ ਉਹ, ਬਟ ਉਸ ਤੋਂ ਬਾਅਦ ਉਸ ਕਰਨ ਤੋਂ ਬਾਅਦ ਸਰ ਕਹਿੰਦੇ ਸੀ ਇਹਨੂੰ ਦੁਬਾਰਾ ਦੇਖੋ ਕਿ ਕੀ ਤੁਸੀਂ ਇਹਨੂੰ ਕਿਸੇ ਹੋਰ ਤਰੀਕੇ ਨਾਲ ਵੀ ਕਰ ਸਕਦੇ ਸੀ, ਜੀ। ਕੋਈ ਸ਼ਾਰਟ ਮੈਥਡ ਜਾਂ ਹੋਰ। ਤਾਂ ਉਸ ਪੁਆਇੰਟ ਆਫ ਵਿਊ ਤੋਂ ਸਰ ਨੇ ਸਾਨੂੰ ਇੰਨਾ ਐਨਾਲਿਟੀਕਲ ਮਾਈਂਡ ਸਾਡਾ ਬਣਾਤਾ ਸੀ ਕਿ ਅਸੀਂ ਬਾਰ-ਬਾਰ ਸਰ ਇੱਕੋ ਹੀ ਗੱਲ ਕਹਿੰਦੇ ਸੀ ਜਦੋਂ ਵੀ ਹਰ ਕੁਐਸਚਨ ਕਰਨ, ਕਿ ਉਹਨੂੰ ਹਰ ਵਾਰ ਦੇਖੋ। ਪਹਿਲਾਂ ਤਾਂ ਸਿੰਪਲ ਸੋਲਵ ਕੀਤਾ, ਬਟ ਉਸ ਤੋਂ ਬਾਅਦ ਦੇਖੋ ਕਿ ਕੋਈ ਹੋਰ ਸ਼ਾਰਟ ਮੈਥਡ ਹੋ ਸਕਦਾ। ਕਦੇ ਇਦਾਂ ਹੋਇਆ ਕਿ ਤੁਸੀਂ ਇਸ ਤਰੀਕੇ ਨਾਲ ਉਹਨੂੰ ਸੋਲਵ ਕੀਤਾ ਹੋਵੇ ਜਿਹੜਾ Yes, ਲਲਿਤ ਸਰ sir. ਨੇ ਵੀ ਨਾ ਕੀਤਾ ਹੋਵੇ ਕਦੇ? ਸਰ ਪੇਪਰ 'ਚ ਆਇਆ ਸੀ ਇਹ ਜਿਹੜਾ ਕੁਐਸਚਨ, ਪੇਪਰ 'ਚ ਮੈਂ ਕੀਤਾ ਸੀ, ਮਤਲਬ ਟੈਸਟ ਦੇ ਕੇ ਉਹੀ ਪੁਆਇੰਟ ਆਫ ਵਿਊ ਨਾਲ ਕਰਕੇ ਮੇਰਾ ਫਾਇਦਾ ਵੀ। ਬਟ ਸਰ ਨੇ ਵੀ ਕਈ ਦੱਸੀਆਂ ਹੋਈਆਂ ਸੀ ਸ਼ਾਰਟ ਟ੍ਰਿਕਸ, ਅਤੇ ਥੋੜ੍ਹੀ ਜਿਹੀ ਮੈਂ ਆਪ, ਮਤਲਬ ਸਰ ਨੇ ਇੰਨਾ ਮਾਈਂਡ ਸੈਟ ਬਿਠਾਤਾ ਸੀ ਕਿ ਆਪ ਸੈਲਫ ਐਕਸਪਲੋਰੇਸ਼ਨ ਕਰਕੇ ਮੈਂ ਉਹਨੂੰ ਅਪਲਾਈ ਕਰ ਪਾਇਆ ਪੇਪਰ 'ਚ। ਜੀ ਜੀ ਜੀ। ਸੋ ਯਾਨੀ ਤੁਸੀਂ ਇਹ ਕਹਿ ਰਹੇ ਹੋ ਕਿ ਜਿਹੜੀ ਕੋਚਿੰਗ ਹੁੰਦੀ ਹੈ ਉਹਦੇ ਵਿੱਚ ਇੱਕ ਟੈਕਨੀਕ ਹੈ ਜਿਹੜੀ, Yes. ਯਾਨੀ ਜਿਹੜਾ ਅਸੀਂ ਲਰਨ ਕਰਦੇ ਹਾਂ ਮਟੀਰੀਅਲ, ਉਹ ਤਾਂ ਕਰਨਾ ਹੀ ਕਰਨਾ ਸਿਲੇਬਸ ਦਾ, ਪਲੱਸ ਉਹਦੇ ਵਿੱਚ ਟੈਕਨੀਕ ਦੀ ਬੜੀ ਭੂਮਿਕਾ ਰਹਿੰਦੀ। ਖਾਸ ਕਰਕੇ ਮੈਂ ਸਮਝਦਾ ਕਿ ਫਿਜ਼ਿਕਸ ਦੇ ਵਿੱਚ ਟੈਕਨੀਕ ਬਹੁਤ ਜ਼ਿਆਦਾ ਮੈਟਰ ਕਰਦੀ ਹੋਣੀ, ਕਿਉਂਕਿ ਫਿਜ਼ਿਕਸ ਹੀ ਐਸਾ ਵਿਸ਼ਾ ਹੈ ਜਿਹਦੇ ਵਿੱਚ ਤੁਸੀਂ ਸ਼ਾਰਟਕਟ ਮੈਥਡ ਹੈ ਜਿਹੜੇ ਥੋੜੇ ਸਮੇਂ 'ਚ ਜ਼ਿਆਦਾ ਨਿਊਮੈਰੀਕਲ ਸੋਲਵ ਕਰਨੇ, ਬਹੁਤ ਵੱਡੀ ਚੁਣੌਤੀ ਤੁਹਾਡੇ ਕੋਲੇ ਰਹਿੰਦੀ ਹੈ। ਟਾਈਮ ਮੈਨੇਜਮੈਂਟ ਕਾਫੀ। ਜੀ। ਵੈਸੇ ਮੈਂ ਇੱਕ ਚੀਜ਼ ਹੋਰ ਜਾਣਨੀ ਚਾਹੁੰਦਾ ਸੀਗਾ ਕਿ 10ਵੀਂ ਤੱਕ ਤੁਹਾਡਾ ਮੈਥਸ ਕਿਵੇਂ ਸੀਗਾ? ਮੇਰਾ ਐਕਸਲੈਂਟ Yes, ਸੀਗਾ, sir. ਜਿਹਨੇ ਇੱਕ ਰੋਲ ਪਲੇ ਕੀਤਾ ਹੋਣਾ। Yes. ਪਰ ਤੁਸੀਂ ਇਹ ਸੋਚਦੇ ਹੋ ਕਿ ਜੇ ਮੈਥਸ ਥੋੜਾ ਜਿਹਾ ਤੁਹਾਡਾ ਕਮਜ਼ੋਰ ਵੀ ਹੁੰਦਾ ਤੇ ਲਲਿਤ ਸਰ ਵਰਗੇ ਜੋ ਇੱਕ ਟੀਚਿੰਗ ਦਾ ਸਟਾਈਲ ਹੈ ਉਹਨਾਂ ਦਾ, ਉਸ ਤੋਂ ਤੁਹਾਨੂੰ ਫਾਇਦਾ ਹੋ ਸਕਦਾ ਸੀ, ਯਾਨੀ ਉਸ ਕਮਜ਼ੋਰੀ ਨੂੰ ਤੁਸੀਂ ਓਵਰਕਮ ਕਰ ਸਕਦੇ ਸੀ? ਯੈਸ ਸਰ, ਡੈਫੀਨੇਟਲੀ। ਮਤਲਬ ਮੇਨ ਹਾਰਡ ਵਰਕ ਮੇਨ ਤੁਹਾਨੂੰ ਚਾਹੀਦਾ ਕਿ ਜੇ ਤੁਹਾਡਾ ਕੋਈ ਵੀਕ ਵੀ ਪੁਆਇੰਟ ਲੱਗਦਾ ਤੁਹਾਨੂੰ, ਜੀ। ਤਾਂ ਜੇ ਤੁਸੀਂ ਹਾਰਡ ਵਰਕ ਕਰ ਲਓਗੇ ਤੁਹਾਡਾ ਪੱਕਾ ਹੋ ਜਾਊਗਾ। ਜੀ, ਯਾਨੀ ਇਹ ਕੋਈ ਕੋਈ ਐਸੀ ਗੱਲ ਮੈਟਰ ਨਹੀਂ ਨਹੀਂ ਕਰਦਾ ਤੁਹਾਡੀ ਬੈਕ ਹਿਸਟਰੀ ਕੀ ਜੀ, ਤੁਹਾਡਾ ਪ੍ਰੈਜ਼ੈਂਟ ਮੈਟਰ ਕਰਦਾ। ਬਿਲਕੁਲ 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 ਬਿਲਕੁਲ। ਸੋ ਹੁਣ ਬੱਚਿਆਂ ਦੇ ਜ਼ਿਹਨ 'ਚ ਚੱਲ ਰਿਹਾ ਜਿਹੜਾ ਸਵਾਲ ਹੈ, ਜਿਹੜੇ ਤੁਹਾਨੂੰ ਦੇਖ ਰਹੇ ਹੋਣਗੇ ਮੈਡੀਕਲ ਐਸਪੀਰੈਂਟਸ, ਕਿ ਤੁਸੀਂ ਬੁੱਕਸ ਕਿਹੜੀਆਂ ਪੜ੍ਹੀਆਂ, ਕਿਹੜੀਆਂ ਹੈਲਪ ਬੁੱਕਸ ਪੜ੍ਹੀਆਂ, ਕਿੱਥੋਂ ਨੋਟਸ ਲਏ ਵਗੈਰਾ ਵਗੈਰਾ? ਮੇਨ ਆਪਦੇ ਟੀਚਰਸ ਦੇ ਨੋਟਸ ਮੈਂ ਲਿੱਤੇ, ਅਤੇ ਉਸ ਤੋਂ ਇਲਾਵਾ ਮੈਂ ਬਾਇਓ ਲਈ NCERT ਫੋਲੋ ਕੀਤੀ ਟੋਟਲੀ। ਜੀ। ਹੋਰ ਇੱਧਰ ਉੱਧਰ ਨਹੀਂ ਜਾਣਾ। ਤੇ ਫਿਜ਼ਿਕਸ ਦੀ ਜੇ ਮੈਂ ਗੱਲ ਕਰਾਂ ਤਾਂ ਫਿਜ਼ਿਕਸ ਅਪਾਰਟ ਫਰੋਮ ਟੀਚਿੰਗ ਬਾਏ ਲਲਿਤ ਸਰ, ਹੋਰ ਕੀ ਬੁੱਕਸ ਤੋਂ ਕਿਹੜੀ ਚੋਂ NCERT ਕੀਤਾ? ਫਿੰਗਰ ਟਿਪਸ ਆਉਂਦੀ ਹੈ ਕੈਂਪਟੀ ਜੀ ਦੀ, ਉਹ ਇੱਕ ਵਧੀਆ ਬੁੱਕ ਹੈ। ਸੋ ਉਹ ਬੱਚੇ ਜਿਹੜੇ ਕਿ ਮੈਡੀਕਲ ਕਾਲਜਿਸ ਦੇ ਵਿੱਚ ਜਾਣਾ ਚਾਹ ਰਹੇ ਔਰ ਤੁਹਾਡੇ ਵਰਗਾ ਹੀ ਅੱਛਾ ਰੈਂਕ ਲੈਣ ਦੇ ਇੱਛੁਕ ਹੋਣ, ਉਹਨਾਂ ਨੂੰ ਜੇ ਕੁਝ ਟਿਪਸ ਦੇਣੀ ਹੋਣ, ਅਪਾਰਟ ਉਹ ਜਿਹੜੀ ਇੱਕ ਟ੍ਰੈਡੀਸ਼ਨਲ ਜੀ ਗੱਲ ਹੈ ਕਿ ਜੀ ਜ਼ਿਆਦਾ ਪੜ੍ਹੋ ਜੀ, ਕੰਸਿਸਟੈਂਸੀ ਰੱਖੋ, ਕੋਈ ਐਸੀਆਂ ਟਿਪਸ ਜਿਹੜੀਆਂ ਪ੍ਰੈਕਟੀਕਲੀ ਉਹਨਾਂ ਦੇ ਕੁਝ ਕੰਮ ਆਉਣ ਵਾਲੀਆਂ ਹੋਣ? ਮੇਨ ਮੈਂ ਕਹੂੰਗਾ ਆਪਦੇ ਟੀਚਰਸ 'ਤੇ ਪਹਿਲਾਂ ਫੇਥ ਰੱਖੋ ਅਤੇ ਰੈਗੂਲਰ ਰਹੋ। ਆਪਦਾ ਟੈਸਟ ਰੈਗੂਲਰਲੀ ਦਿਓ, ਟੈਸਟ ਨਾ ਛੱਡੋ, ਕਿਉਂਕਿ ਉਹ ਤੁਹਾਡਾ ਕੌਨਫੀਡੈਂਸ ਵੀ ਬਿਲਡ ਅਪ ਕਰਨਗੇ ਅਤੇ ਤੁਹਾਨੂੰ ਟਾਈਮ ਮੈਨੇਜਮੈਂਟ 'ਚ ਵੀ ਹੈਲਪ ਕਰਨਗੇ।
ਤੇ ਮੇਨ ਪੇਪਰ ਵਾਲੇ ਦਿਨ ਸਿਰਫ ਮਤਲਬ ਦੋ ਚੀਜ਼ਾਂ ਜਿਹੜਾ ਮੇਨ ਮੈਟਰ ਕਰਦੀਆਂ ਔਨ ਦਾ ਡੇ ਆਫ ਐਗਜ਼ਾਮੀਨੇਸ਼ਨ ਹੈ ਤੁਹਾਡਾ ਟਾਈਮ ਮੈਨੇਜਮੈਂਟ ਉਸ ਦਿਨ ਤੁਸੀਂ ਕਿਵੇਂ ਅਟੈਂਪਟ ਕਰ ਰਹੇ ਹੋ ਤੇ ਤੁਹਾਡਾ ਕੌਨਫੀਡੈਂਸ। ਤੇ ਜਿਹੜਾ ਉਹ ਇੱਕ ਸਟ੍ਰੈਸ ਲੈਵਲ ਹੁੰਦਾ ਹੈ ਜਦੋਂ ਤੁਸੀਂ ਐਗਜ਼ਾਮੀਨੇਸ਼ਨ ਹਾਲ 'ਚ ਐਂਟਰ ਕਰਦੇ ਹੋ ਤਾਂ ਉਸ ਵੇਲੇ ਤੁਸੀਂ ਕੀ ਕੋਈ ਪਾਠ ਕੀਤਾ, ਕੋਈ ਗੁਰੂ ਨੂੰ ਯਾਦ ਕੀਤਾ ਕਿ ਲਲਿਤ ਮੋਹਨ ਸਰ ਦੀ ਸ਼ਕਲ ਸਾਹਮਣੇ ਲਿਆਂਦੀ ਤੇ ਐਗਜ਼ਾਮੀਨੇਸ਼ਨ ਹਾਲ 'ਚ ਵੜ ਗਏ? ਮਤਲਬ ਮੈਂ ਆਪਦੇ ਟੀਚਰਸ ਦਾ ਮਤਲਬ ਮਨ ਆਪਦੇ ਇਮੇਜ ਰੱਖੀ, ਉਹਨਾਂ ਦਾ ਆਸ਼ੀਰਵਾਦ ਆਪਦੇ ਮਨ 'ਚ ਰੱਖਿਆ, ਬਟ ਉਸ ਤੋਂ ਬਾਅਦ ਪੇਪਰ ਸ਼ੁਰੂ ਹੋਣ ਤੋਂ ਪਹਿਲਾਂ ਮੈਂ ਗੋਡ ਦਾ ਨਾਮ ਲਿੱਤਾ ਵਿਦ ਅ ਸਮਾਈਲਿੰਗ ਫੇਸ ਆਈ ਸਟਾਰਟਡ ਮਾਈ ਪੇਪਰ। ਜੀ, ਸੋ ਇਹ ਸਮਾਈਲਿੰਗ ਫੇਸ ਜਿਹੜਾ ਕਿ ਸੁਣਿਆ ਕਿ ਬਚਪਨ ਤੋਂ ਹੀ ਇਦਾਂ ਹੀ ਸਮਾਈਲਿੰਗ ਫੇਸ ਸੀ ਔਰ ਅੱਜ ਵੀ ਉਵੇਂ ਹੀ ਸਮਾਈਲਿੰਗ ਫੇਸ ਹੈ ਔਰ ਮੈਡੀਕਲ ਕਾਲਜ 'ਚ ਜਾ ਕੇ ਤੇ ਉਸ ਤੋਂ ਬਾਅਦ ਆਪਣੀ ਪੜ੍ਹਾਈ ਖਤਮ ਕਰਕੇ ਜਦੋਂ ਮਰੀਜ਼ਾਂ ਦਾ ਇਲਾਜ ਵੀ ਕਰੂਗਾ ਤੇ ਤੁਹਾਡੀਆਂ ਸਮਾਈਲਸ ਵੀ ਲੋਕਾਂ ਨੂੰ ਕਿਉਰ ਕਰਨਗੀਆਂ। ਸੋ ਸਾਡਾ ਆਸ਼ੀਰਵਾਦ, ਸਾਡੀਆਂ ਬੈਸਟ ਵਿਸ਼ੇਸ ਤੁਹਾਡੇ ਨਾਲ ਹੈ। ਤੇ ਜੇ ਦਰਸ਼ਕਾਂ ਨਾਲ ਤੁਸੀਂ ਦਿਲ ਦੀ ਕੋਈ ਗੱਲ ਸਾਂਝੀ ਕਰਨੀ ਹੋਵੇ ਜਿਹੜੀ ਕਿ ਇਸ ਤੋਂ ਹਟ ਕੇ ਹੈ, ਕੋਈ ਹੋਰ ਗੱਲ ਸਾਂਝੀ ਕਰਨੀ ਹੋਵੇ ਤਾਂ ਕੀ ਗੱਲ ਸਾਂਝੀ ਕਰਨੀ ਚਾਹੋਗੇ? Just keep smiling. So his silence also is a message. So बहुत ਸ਼ੁਕਰੀਆ ਸਵਿਕਾਸ਼ ਸਿੰਗਲਾ, ਬਹੁਤ ਮਜ਼ਾ ਆਇਆ ਤੁਹਾਡੇ ਨਾਲ ਗੱਲਾਂ ਕਰਕੇ। ਪਰ ਸਾਨੂੰ ਆਉਣ ਵਾਲੇ ਸਮੇਂ 'ਚ ਇਸ ਗੱਲ ਦੀ ਵੀ ਉਡੀਕ ਹੈ ਕਿ ਇਸ ਦੇਸ਼ ਨੂੰ, ਸਾਡੇ ਪੰਜਾਬ ਰਾਜ ਨੂੰ ਇੱਕ ਬਹੁਤ ਵਧੀਆ, ਇੱਕ ਬਹੁਤ ਹੀ ਡੈਡੀਕੇਟਡ ਔਰ ਇੱਕ ਸਮਾਈਲਿੰਗ ਫੇਸ ਵਾਲਾ ਡਾਕਟਰ ਹੈ ਜਿਹੜਾ ਮਿਲਣ ਜਾ ਰਿਹਾ ਹੈ। ਸੋ ਸਾਡਾ ਭਵਿੱਖ ਵੀ ਬਹੁਤ ਉਜਵਲ ਹੈ ਔਰ ਤੁਹਾਡਾ ਭਵਿੱਖ ਵੀ ਬਹੁਤ ਉਜਵਲ ਹੈ। ਸੋ ਜੀ, ਅੱਜ ਦਾ ਇਹ ਮੁਬਾਰਕ ਮੌਕਾ ਜਦੋਂ ਬਠਿੰਡਾ ਸ਼ਹਿਰ ਦੇ ਵਿੱਚ ਇੱਕ ਇਤਿਹਾਸ ਰਚਿਆ ਗਿਆ, ਬਲਕਿ ਮੈਂ ਕਹਾਂ ਕਿ ਇਸ ਸਾਰੇ ਇਲਾਕੇ ਦੇ ਵਿੱਚ ਇੱਕ ਇਤਿਹਾਸ ਰਚਿਆ ਗਿਆ, ਜਦੋਂ ਇੱਕ ਮੈਡੀਕਲ ਐਂਟਰੈਂਸ ਟੈਸਟ ਦੇ ਵਿੱਚ, ਯਾਨੀ ਕਿ ਨੀਟ ਦੀ ਆਪਾਂ ਗੱਲ ਕਰ ਰਹੇ ਹਾਂ, ਕਿਸੇ ਬੱਚੇ ਨੇ 180 ਆਊਟ ਆਫ 180 ਯਾਨੀ ਕਿ 100% ਮਾਰਕਸ ਲੈ ਕੇ ਇੱਕ ਜੋ ਕੀਰਤੀਮਾਨ ਹੈ ਸਥਾਪਿਤ ਕੀਤਾ। ਔਰ ਇਸ ਮੌਕੇ 'ਤੇ ਮੈਂ ਇਸ ਵਿਦਿਆਰਥੀ ਸਵਿਕਾਸ਼ ਸਿੰਗਲਾ ਔਰ ਉਹਨਾਂ ਦੇ ਫਿਜ਼ਿਕਸ ਦੇ ਅਧਿਆਪਕ ਪ੍ਰੋਫੈਸਰ ਲਲਿਤ ਮੋਹਨ ਸ਼ਰਮਾ ਦੋਵਾਂ ਨੂੰ ਹੀ ਮੁਬਾਰਕਬਾਦ ਦਿੰਦਾ। ਸੋ ਲਲਿਤ ਮੋਹਨ ਸ਼ਰਮਾ ਜੀ, ਇੱਕ ਸਵਾਲ ਮੇਰੇ ਜ਼ਿਹਨ 'ਚ ਆ ਰਿਹਾ ਸੀਗਾ ਕਿ ਅੱਜ ਤੋਂ 12-15 ਸਾਲ ਪਹਿਲਾਂ ਤੱਕ ਵੀ ਇਹ ਹੁੰਦਾ ਸੀਗਾ ਵੀ ਜਿਹੜੇ ਬੱਚੇ ਮੈਥਸ ਤੋਂ ਡਰਦੇ ਹੁੰਦੇ ਸੀ ਉਹ ਮੈਡੀਕਲ ਲਾਈਨ 'ਚ ਆ ਜਾਂਦੇ ਸੀ ਤੇ ਜਿਹੜੇ ਮੈਥਸ ਹੁਸ਼ਿਆਰ ਹੁੰਦੇ ਸੀ ਉਹ ਇੰਜੀਨੀਅਰਿੰਗ ਕਾਲਜਾਂ ਦੇ ਦਾਖਲੇ ਲਈ ਨਾਨ ਮੈਡੀਕਲ, ਜਿਹਨੂੰ ਅਸੀਂ ਬੋਲਚਾਲ ਦੀ ਭਾਸ਼ਾ 'ਚ ਉਦੋਂ ਵੀ ਕਹਿੰਦੇ ਸੀ, ਹੁਣ ਵੀ ਕਹਿੰਦੇ ਆ, ਤੇ ਉਹਦੇ 'ਚ ਦਾਖਲਾ ਲੈਂਦੇ ਸੀ। ਔਰ ਅਧਿਆਪਕ, ਜਿਵੇਂ ਕਿ ਮੈਂ ਸਵਿਕਾਸ਼ ਨੂੰ ਵੀ ਪੁੱਛਿਆ ਸੀਗਾ ਕਿ ਜਿਹੜੇ ਬੱਚੇ ਮੈਥਸ ਤੋਂ ਡਰਦੇ ਹੁੰਦੇ ਸੀ ਤੇ ਉਹ ਫਿਜ਼ਿਕਸ ਦੇ ਵਿੱਚ ਵੀ ਉਹਨਾਂ ਬਾਰੇ ਕਿਹਾ ਜਾਂਦਾ ਸੀ ਕਿ ਬਹੁਤ ਵਧੀਆ ਪਰਫਾਰਮ ਨਹੀਂ ਕਰ ਸਕਣਗੇ, ਪਰ ਸਵਿਕਾਸ਼ ਨੇ ਇਹ ਦਾਅਵਾ ਕੀਤਾ ਕਿ ਤੁਹਾਡੀ ਟੀਚਿੰਗ ਮੈਥਡ ਦੇ ਨਾਲ ਮੈਥਸ 'ਚੋਂ ਕਮਜ਼ੋਰ ਵੀ ਜਿਹੜਾ ਕੋਈ ਬੱਚਾ ਹੈਗਾ ਜਾਂ ਮੈਥਸ ਤੋਂ ਡਰਦਾ ਵੀ ਹੈ ਜਿਹੜਾ ਬੱਚਾ, ਉਹ ਵੀ ਐਕਸੈਲ ਕਰ ਸਕਦਾ ਹੈ। ਤਾਂ ਇਹਦਾ ਕੀ ਮੰਤਰਾ ਫਿਰ ਤੁਹਾਡੇ ਕੋਲੇ ਹੈਗਾ ਜਾਂ ਕੀ ਉਹਨਾਂ ਨੂੰ ਫਾਰਮੂਲਾ ਜਾਂ ਤਰੀਕਾ ਤੁਸੀਂ ਦਿੰਦੇ ਹੋ? ਸਰ, ਮੈਡੀਕਲ ਐਂਟਰੈਂਸ ਐਗਜ਼ਾਮ ਵਾਸਤੇ ਜਦੋਂ ਬੱਚਾ ਤਿਆਰੀ ਕਰਦਾ ਹੈ ਤਾਂ ਉਹਨੂੰ ਇਹ ਸ਼ੁਰੂ 'ਚ ਲੱਗਦਾ ਹੈ ਕਿ ਮੈਂ ਸ਼ਾਇਦ ਮੈਥ ਦੇ ਵਿੱਚ ਵੀਕ ਹੋਊਂਗਾ ਤਾਂ ਮੈਂ ਪਰਫਾਰਮ ਨਹੀਂ ਕਰ ਪਾਊਂਗਾ ਨੂਮੈਰੀਕਲ ਦੇ ਵਿੱਚ, ਲੇਕਿਨ ਇਸ ਤਰ੍ਹਾਂ ਦਾ ਨਹੀਂ ਹੈ। ਉਹਨੂੰ ਅਸੀਂ ਹਫ਼ਤਾ ਤੋਂ 10 ਦਿਨ ਅਸੀਂ ਜ਼ੀਰੋ ਚੈਪਟਰ ਕਹਿੰਦੇ ਉਹਨੂੰ, ਜ਼ੀਰੋ ਚੈਪਟਰ ਫਾਰ ਮੈਥਮੈਟਿਕਸ। ਉਹ ਮੁਸ਼ਕਿਲ ਨਾਲ 10 ਫਾਰਮੂਲੇ ਹੈ ਜਿਹੜੇ ਮੈਡੀਕਲ ਐਂਟਰੈਂਸ ਐਗਜ਼ਾਮ 'ਚ ਕੰਮ ਆਉਂਦੇ ਆ। ਉਹਦੇ 'ਚ ਅਸੀਂ ਉਹਨੂੰ ਇੰਨੀ ਟ੍ਰੇਨਿੰਗ ਦੇ ਦਿੰਦੇ ਹਾਂ ਕਿ ਉਹਨੂੰ ਕਦੇ ਉਹ ਦਿੱਕਤ ਨਹੀਂ ਆਉਂਦੀ। ਜੀ, ਅੱਜ ਤੋਂ 6-7 ਸਾਲ ਪਹਿਲਾਂ ਤੱਕ ਵੀ ਇੱਕ ਇਮੇਜ ਇਹ ਬਣੀ ਹੋਈ ਸੀਗੀ, ਮਤਲਬ ਕੋਈ ਬਾਹਰੋਂ ਕੋਈ ਬੱਚਾ ਆਉਂਦਾ ਸੀਗਾ ਇੱਥੇ ਕੋਚਿੰਗ ਲੈਣ ਲਈ ਜਾਂ ਲੋਕਲ ਵੀ ਕਿਸੇ ਤੋਂ ਸਲਾਹ ਲੈਂਦਾ ਸੀਗਾ ਕਿ ਫਿਜ਼ਿਕਸ ਲਈ ਅਸੀਂ ਕਿਹਦੇ ਕੋਲ ਰੱਖੀਏ। ਉਹ ਕਹਿੰਦੇ ਸੀ ਜੇ ਤਾਂ ਇੰਜੀਨੀਅਰਿੰਗ ਕਾਲਜ 'ਚ ਜਾਣਾ ਹੈ ਤਾਂ ਫਿਜ਼ਿਕਸ ਲਲਿਤ ਮੋਹਨ ਸਰ ਕੋਲੋਂ ਪੜ੍ਹ ਲਓ, ਅਤੇ ਜੇ ਤੁਸੀਂ ਮੈਡੀਕਲ ਕਾਲਜ ਦੀ ਤਿਆਰੀ ਕਰਨੀ ਹੈ, ਯਾਨੀ ਕਿ ਉਸ ਵੇਲੇ ਜਿਵੇਂ ਟੈਸਟ ਹੁੰਦਾ ਸੀ ਪ੍ਰੀ ਮੈਡੀਕਲ ਟੈਸਟ ਜਾਂ ਪੰਜਾਬ PMT ਉਹਨੂੰ ਬੋਲਦੇ ਸੀ ਅਸੀਂ, ਤਾਂ ਫਿਰ ਤੁਸੀਂ ਆਹ ਫਲਾਣੇ 2-3 ਪ੍ਰੋਫੈਸਰ ਹੋਰ ਹੈਗੇ ਉਹਨਾਂ ਦੇ ਨਾਮ ਉਹ ਲੈਂਦੇ ਸੀਗੇ ਕਿ ਇਹਨਾਂ ਕੋਲੇ ਤੁਸੀਂ ਭੇਜ ਦਿਓ, ਕਿਉਂਕਿ ਉਸ ਵੇਲੇ ਥਿਊਰੀ ਪਾਰਟ ਹੀ ਜ਼ਿਆਦਾ ਆਉਂਦਾ ਸੀਗਾ PMT ਦੇ ਵਿੱਚ। ਪਰ ਅੱਜ ਹੁਣ ਸਥਿਤੀ ਇਹ ਬਣੀ ਕਿ ਉਹ ਅਧਿਆਪਕ ਜਿਹਦੀ ਇਮੇਜ ਇਹ ਸੀਗੀ ਕਿ ਉਹ ਬਿਹਤਰ ਇੰਜੀਨੀਅਰਿੰਗ ਕਾਲਜਾਂ 'ਚ ਭੇਜਣ ਲਈ ਵਿਦਿਆਰਥੀਆਂ ਦੇ ਸਹਾਇਕ ਹੈ ਜਾਂ ਫੈਸਿਲੀਟੇਟ ਕਰਦਾ ਹੈ, ਅੱਜ ਉਹ ਇੱਕ ਮੈਡੀਕਲ ਐਸਪੀਰੈਂਟ ਨੂੰ ਹੀ 180 ਚੋਂ 180 ਨੰਬਰ ਦਵਾ ਰਿਹਾ ਹੈ। ਅਤੇ ਫਿਰ ਇਹ ਜਿਹੜਾ ਇੱਕ ਪਰਿਵਰਤਨ, ਇਹ ਜਿਹੜੀ ਇੱਕ ਕ੍ਰਾਂਤੀ, ਇਹ ਕਿਵੇਂ ਆਈ ਜੀ? ਸਰ, ਇਹਦਾ ਕਾਰਨ ਹੈਗਾ ਪੈਟਰਨ ਦਾ ਚੇਂਜ ਹੋਣਾ। ਹੁਣ ਅੱਜ ਨੀਟ ਦੇ ਵਿੱਚ ਜੇ 45 ਕੁਐਸਚਨ ਆਉਂਦੇ ਆ ਤਾਂ ਐਵਰੇਜ ਹੈ ਪਿਛਲੇ 5 ਸਾਲਾਂ 'ਚ ਤੁਸੀਂ ਦੇਖੋਗੇ ਤਾਂ 45 ਦੇ ਵਿੱਚੋਂ 40 ਤਾਂ ਨੂਮੈਰੀਕਲ ਆਉਂਦੇ ਨੇ। ਥਿਊਰੀ ਦੇ ਤਾਂ ਸਿਰਫ 5-6 ਕੁਐਸਚਨ ਆਉਂਦੇ ਨੇ। ਅਤੇ ਜੇ ਫਿਜ਼ਿਕਸ 'ਚ ਕਿਸੇ ਬੱਚੇ ਨੇ ਪਰਫਾਰਮ ਕਰਨਾ ਹੈ ਤਾਂ ਉਹਨੂੰ ਡੇ 1 ਤੋਂ ਹੀ ਨੂਮੈਰੀਕਲ ਪ੍ਰੈਕਟਿਸ ਕਰਨ ਦੀ ਜ਼ਰੂਰਤ ਹੈ, ਜੋ ਕਿ ਪਹਿਲੇ IIT 'ਚ ਵੀ ਹੀ, IIT ਦੇ ਵਿੱਚ ਅਗਰ ਦੇਖੋਗੇ ਤਾਂ 100% ਨੂਮੈਰੀਕਲ ਆਉਂਦੇ ਆ ਜੀ। ਅਤੇ ਜੇ ਤੁਸੀਂ ਨੀਟ ਦੇ ਵਿੱਚ ਦੇਖੋਗੇ ਤਾਂ 45 ਚੋਂ 40 ਕੁਐਸਚਨ ਨੂਮੈਰੀਕਲ ਦੇ ਆਉਂਦੇ ਆ। ਦੈਟ ਮੀਨਸ 80-90% ਪਾਰਟ ਨੂਮੈਰੀਕਲ ਦਾ ਮੈਡੀਕਲ ਐਂਟਰੈਂਸ ਐਗਜ਼ਾਮ 'ਚ ਵੀ ਹੈਗਾ। ਯਾਨੀ ਮੁੱਖ ਦੀ ਗੱਲ ਇਹ ਹੈ ਕਿ ਇੰਜੀਨੀਅਰਿੰਗ ਐਂਟਰੈਂਸ ਔਰ ਮੈਡੀਕਲ ਐਂਟਰੈਂਸ ਦੀ ਜਦੋਂ ਤੱਕ ਫਿਜ਼ਿਕਸ ਦੀ ਜਿੱਥੋਂ ਤੱਕ ਆਪਾਂ ਗੱਲ ਕਰੀਏ ਤਾਂ ਬਹੁਤਾ ਅੰਤਰ ਨਹੀਂ ਰਹਿ ਗਿਆ ਹੋਇਆ। ਬਿਲਕੁਲ, ਸਟੈਂਡਰਡ ਇੱਕੋ ਹੀ ਆ, ਉਹਨਾਂ ਦੇ ਵਿੱਚ ਸੇਮ ਟਾਈਪ ਦੇ, ਸੇਮ ਕੁਆਲਿਟੀ ਦੇ ਨੂਮੈਰੀਕਲਸ ਹੀ ਜ਼ਿਆਦਾ ਆਉਂਦੇ ਆ, ਅਤੇ ਇਸ ਕਰਕੇ ਜੋ ਨੂਮੈਰੀਕਲ ਕਰੂਗਾ ਉਹਦਾ ਫਿਜ਼ਿਕਸ ਦੇ ਵਿੱਚ ਰੈਂਕ ਆ ਜਾਏਗਾ ਜੀ। ਤੁਸੀਂ ਮੈਡੀਕਲ ਐਸਪੀਰੈਂਟਸ ਜਾਂ ਇੰਜੀਨੀਅਰਿੰਗ ਐਸਪੀਰੈਂਟਸ ਦੋਨੋਂ ਹੀ ਫਿਜ਼ਿਕਸ ਪੜ੍ਹਦੇ ਆ, ਅਤੇ ਫਿਜ਼ਿਕਸ ਦੇ ਲਈ ਥੋੜ੍ਹੇ ਜਿਹੇ ਸ਼ਬਦਾਂ 'ਚ ਕੋਈ ਉਹਨਾਂ ਨੂੰ, ਕੋਈ ਬੱਚਿਆਂ ਨੂੰ ਸਲਾਹ ਦੇਣੀ ਹੋਵੇ ਜਾਂ ਕੋਈ ਟਿਪਸ ਦੇਣੀਆਂ ਹੋਣ ਤਾਂ ਕੀ ਕਹੋਗੇ? ਜਿੰਨੇ ਵੀ ਕੈਂਡੀਡੇਟਸ, ਚਾਹੇ ਉਹ ਇੰਜੀਨੀਅਰਿੰਗ ਦੀ ਪ੍ਰੈਪਰੇਸ਼ਨ ਕਰਦੇ ਆ ਜਾਂ ਮੈਡੀਕਲ ਦੀ ਪ੍ਰੈਪਰੇਸ਼ਨ ਕਰਦੇ ਆ, ਰੈਲੇਵੈਂਟ ਪਾਰਟ ਫਾਰਮੂਲਾ ਲਿਮਿਟਡ ਪੜ੍ਹ ਕੇ ਨੂਮੈਰੀਕਲ ਵੱਧ ਤੋਂ ਵੱਧ ਪ੍ਰੈਕਟਿਸ ਕਰੋ
ਤਾਂ ਰੈਂਕ ਆਊਗਾ, ਕਿਉਂਕਿ ਉੱਥੇ ਕੁਐਸਚਨਸ ਜਿਹੜੇ ਆਣਗੇ ਉਹ ਨੂਮੈਰੀਕਲ ਬੇਸਡ ਆਣਗੇ, ਥਿਊਰੀ ਬਹੁਤ ਘੱਟ ਆਉਂਦੀ ਹੈ। ਜਿਹੜਾ ਵੀ ਇਹਨੂੰ ਮੰਤਰ ਨੂੰ ਫੋਲੋ ਕਰੂਗਾ ਉਹਦਾ ਰੈਂਕ ਆ ਜਾਏ। ਜਿਹੜੀ ਕਲਾਸ ਦੇ ਵਿੱਚ ਤੁਸੀਂ ਮੈਡੀਕਲ ਐਸਪੀਰੈਂਟਸ ਨੂੰ ਪੜਾਉਂਦੇ ਹੋ ਜਾਂ ਉਹਨਾਂ ਕੈਂਡੀਡੇਟਸ ਨੂੰ ਪੜਾਉਂਦੇ ਹੋ ਜਿਨ੍ਹਾਂ ਨੇ ਨੀਟ ਦਾ ਐਗਜ਼ਾਮ ਦੇਣਾ ਤੇ ਉਹ ਬੱਚੇ ਜਿਨ੍ਹਾਂ ਨੇ ਇੰਜੀਨੀਅਰਿੰਗ ਐਂਟਰੈਂਸ ਦਾ ਦੇਣਾ, ਕਿ ਦੋਵਾਂ ਨੂੰ ਇੱਕੋ ਹੀ ਕਲਾਸ ਬਿਠਾ ਕੇ ਪੜਾਉਂਦੇ ਹੋ ਕਿ ਅਲੱਗ-ਅਲੱਗ ਕਲਾਸਿਸ ਹੁੰਦੀਆਂ? ਹਾਂਜੀ, ਦੋਨੋਂ ਨੂੰ ਇੱਕੋ 'ਚ ਪੜਾਇਆ ਜਾਂਦਾ ਹੈ, ਕਿਉਂਕਿ ਮੈਡੀਕਲ ਸਟੂਡੈਂਟਸ ਦੀ ਜਨਰਲੀ ਅੱਜ ਦੇ ਟਾਈਮ ਦੇ ਵਿੱਚ ਮਿਹਨਤ ਕਰਨ ਦੀ ਕਪੈਸਿਟੀ ਜ਼ਿਆਦਾ ਹੈ, ਤਾਂ ਤੁਸੀਂ ਦੇਖੋਗੇ ਮੈਡੀਕਲ ਸਟੂਡੈਂਟਸ ਦੇ ਨੰਬਰ ਜ਼ਿਆਦਾ ਆਉਂਦੇ ਆ ਜੀ, ਪੜ੍ਹਦੇ ਉਹ ਜ਼ਿਆਦਾ ਨੇ, ਇਨਪੁਟ ਜ਼ਿਆਦਾ ਦਿੰਦੇ, ਇਸ ਕਰਕੇ ਉਹਨਾਂ ਦੇ ਨੰਬਰ ਜ਼ਿਆਦਾ ਨੇ, ਪੜ੍ਹਦੇ ਸੇਮ ਲੈਵਲ ਤੇ। ਜੀ, ਸੋ ਬਹੁਤ ਬਹੁਤ ਸ਼ੁਕਰੀਆ। ਔਰ ਚਲਦੇ ਚਲਦੇ ਸ਼੍ਰੀ ਲਲਿਤ ਮੋਹਨ ਸਰ ਨੂੰ ਮੈਂ ਇਹ ਕਹੂੰਗਾ ਕਿ ਆਪਣਾ ਕੋਈ ਕੰਟੈਕਟ ਨੰਬਰ ਜੇਕਰ ਦਰਸ਼ਕਾਂ ਨਾਲ ਸਰੋਤਿਆਂ ਨਾਲ ਸਾਂਝਾ ਕਰਨਾ ਹੋਵੇ ਤਾਂ ਉਹ ਕਰ ਸਕਦੇ ਆ। ਮੇਰਾ ਫੋਨ ਨੰਬਰ ਤੁਸੀਂ ਨੋਟ ਕਰ ਸਕਦੇ ਹੋ, 9914145789। ਰਿਪੀਟ ਕਰ ਰਿਹਾ, 9914145789। जी, बहुत बहुत शुक्रिया प्रोफेसर ललित मोहन शर्मा जी और बहुत बहुत शुक्रिया सक्सेसफुल कैंडिडेट सविकाश सिंगला जी। थैंक यू सर, थैंक यू वेरी मच।